ਦੋਸਤੋ, ਪੇਸ਼ ਹੈ ਆਡੀਓ ਪੁਸਤਕ ਅਜਿਹਾ ਸੀ ਸਾਡਾ ਭਗਤ ਸਿੰਘ। ਇਸ ਪੁਸਤਕ ਦੇ ਲੇਖਕ ਹਨ ਸ਼ਿਵ ਵਰਮਾ। ਇਸ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਮੈਂ ਇਸ ਪੁਸਤਕ ਨੂੰ 4 ਹਿੱਸਿਆਂ ਵਿੱਚ ਵੰਡਿਆ ਹੈ। ਪੁਸਤਕ ਸ਼ੁਰੂ ਕਰਨ ਤੋਂ ਪਹਿਲਾਂ ਇਸੇ ਪੁਸਤਕ ਦੇ ਪਿਛਲੇ ਪੰਨੇ 'ਤੇ ਸਰਦਾਰ ਭਗਤ ਸਿੰਘ ਬਾਰੇ ਕੁਝ ਵਿਚਾਰ ਹਨ ਜੋ ਕਿ ਪੰਜਾਬੀ ਦੇ ਸਿਰਮੌਰ ਕਵੀ ਪਾਸ਼ ਹੋਰਾਂ ਨੇ ਲਿਖੇ ਹਨ। ਉਹ ਲਿਖਦੇ ਹਨ, ਭਗਤ ਸਿੰਘ ਪੰਜਾਬ ਦਾ ਪਹਿਲਾ ਵਿਚਾਰਕ ਸੀ ਜਿਸ ਨੇ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਸੀ। ਉਹ ਪਹਿਲਾ ਬੁੱਧੀਮਾਨ ਸੀ ਜਿਸ ਨੇ ਦੁੱਖਾਂ ਅਤੇ ਸਮਾਜਿਕ ਸਮੱਸਿਆਵਾਂ ਦੀਆਂ ਧੁਰ ਡੂੰਘਾਈ ਤੱਕ ਪਈਆਂ ਉਲਝਣਾਂ ਦੀ ਪਹਿਚਾਣ ਕੀਤੀ ਸੀ। ਉਹ ਪਹਿਲਾ ਦੇਸ਼ ਭਗਤ ਸੀ ਜਿਸ ਦੇ ਮਨ ਵਿੱਚ ਸਮਾਜ ਸੁਧਾਰ ਦਾ ਇੱਕ ਨਿਸ਼ਚਿਤ ਨਜ਼ਰੀਆ ਸੀ। ਉਹ ਪਹਿਲਾ ਪੰਜਾਬੀ ਮਹਾਂਪੁਰਖ ਸੀ ਜਿਸ ਨੇ ਭਾਵਨਾਵਾਂ ਅਤੇ ਸੋਝੀ ਦੇ ਸੁਮੇਲ ਲਈ ਧੁੰਦਲੀਆਂ ਮਾਨਤਾਵਾਂ ਦਾ ਸਹਾਰਾ ਨਹੀਂ ਸੀ ਲਿਆ। ਉਹ ਪਹਿਲਾ ਪੰਜਾਬੀ ਸੀ ਜੋ ਦੇਸ਼ ਭਗਤੀ ਦੇ ਪ੍ਰਦਰਸ਼ਨਕਾਰੀ ਵਿਚਾਰਾਂ ਤੋਂ ਮੁਕਤ ਹੋ ਸਕਿਆ ਸੀ। ਉਹ ਪਹਿਲਾ ਪੰਜਾਬੀ ਸੀ ਜਿਸ ਨੇ ਗਾਂਧੀਵਾਦ ਦੇ ਥੋਥੇ ਅਤੇ ਖੋਖਲੇ ਮਾਨਵਵਾਦ ਅਤੇ ਆਦਰਸ਼ਵਾਦ ਨੂੰ ਵੰਗਾਰਿਆ ਸੀ। ਪੰਜਾਬ ਦੀ ਵਿਚਾਰਧਾਰਾ ਨੂੰ ਉਸ ਦੀ ਦੇਣ ਸਾਂਡਰਸ ਦੀ ਹੱਤਿਆ, ਅਸੈਂਬਲੀ ਵਿੱਚ ਬੰਬ ਸੁੱਟਣ ਅਤੇ ਫਾਂਸੀ ਦੇ ਫੰਦੇ 'ਤੇ ਲਟਕ ਜਾਣ ਤੋਂ ਕਿਤੇ ਜ਼ਿਆਦਾ ਹੈ। ਭਗਤ ਸਿੰਘ ਨੇ ਪਹਿਲੀ ਵਾਰ ਪੰਜਾਬ ਨੂੰ ਪਹਿਲਵਾਨੀ ਅਤੇ ਜਹਾਲਤ ਤੋਂ ਬੁੱਧੀਵਾਦ ਵੱਲ ਮੋੜਿਆ ਸੀ। ਭਗਤ ਸਿੰਘ ਦੀਆਂ ਤਸਵੀਰਾਂ 'ਤੇ ਹਾਰ ਪਾਉਣ ਜਾਂ ਉਸ ਦੀ ਸ਼ਹਾਦਤ ਉੱਪਰ ਕਵਿਤਾਵਾਂ ਲਿਖਣ ਦਾ ਫਾਇਦਾ ਨਹੀਂ ਹੋਵੇਗਾ। ਜ਼ਰੂਰਤ ਹੈ ਉਸ ਦੀ ਵਿਚਾਰਧਾਰਾ ਨੂੰ ਸਮਝਣ ਅਤੇ ਅੱਗੇ ਵਧਾਉਣ ਦੀ। ਜਿਸ ਦਿਨ ਉਸ ਨੂੰ ਫਾਂਸੀ ਲੱਗੀ ਸੀ, ਉਸ ਦੀ ਕੋਠੜੀ ਵਿੱਚੋਂ ਲੈਨਨ ਦੀ ਕਿਤਾਬ ਮਿਲੀ ਸੀ ਜਿਸ ਦਾ ਇੱਕ ਪੰਨਾ ਮੋੜਿਆ ਹੋਇਆ ਸੀ। ਪੰਜਾਬ ਦੀ ਜਵਾਨੀ ਨੂੰ ਉਸ ਦੇ ਆਖਰੀ ਦਿਨ ਮੋੜੇ ਹੋਏ ਪੰਨੇ ਤੋਂ ਅਗਾਂਹ ਤੁਰਨਾ ਚਾਹੀਦਾ ਹੈ। ਪਾਸ਼। ਇਹ ਸਨ ਕੁਝ ਸ਼ਬਦ ਪੁਸਤਕ ਵਿੱਚ ਦਰਜ ਸਿਰਮੌਰ ਕਵੀ ਪਾਸ਼ ਵੱਲੋਂ ਲਿਖੇ ਹੋਏ। ਹੁਣ ਪੁਸਤਕ ਦਾ ਪਹਿਲਾ ਹਿੱਸਾ ਅਜਿਹਾ ਸੀ ਸਾਡਾ ਭਗਤ ਸਿੰਘ, ਸ਼ਿਵ ਵਰਮਾ। ਦਿੱਲੀ ਤੋਂ ਇੱਕ ਮਿੱਤਰ ਨੇ ਲਿਖਿਆ ਕਿ ਕੋਈ ਪੰਜਾਬੀ ਸੱਜਣ ਮੈਨੂੰ ਅਤੇ ਜੈਦੇਵ ਨੂੰ ਮਿਲਣ ਲਈ ਕਾਨਪੁਰ ਆ ਰਿਹਾ ਹੈ। ਇਨਕਲਾਬੀ ਪਾਰਟੀ ਵਿੱਚ ਆਇਆਂ ਅਜੇ ਸਾਨੂੰ ਥੋੜ੍ਹੇ ਦਿਨ ਹੀ ਹੋਏ ਸਨ ਅਤੇ ਕਾਨਪੁਰ ਤੋਂ ਬਾਹਰ ਸਾਨੂੰ ਬਹੁਤ ਘੱਟ ਲੋਕ ਜਾਣਦੇ ਸਨ। ਲਖਨਊ ਜਾਂ ਇਲਾਹਾਬਾਦ ਦਾ ਕੋਈ ਹੁੰਦਾ ਤਾਂ ਸੋਚਿਆ ਵੀ ਜਾ ਸਕਦਾ ਸੀ, ਪਰ ਇਹ ਪੰਜਾਬੀ ਸੱਜਣ ਕੌਣ ਹੋਇਆ? ਉਸ ਮਿੱਤਰ ਨੇ ਲਿਖਿਆ ਸੀ, ਜਮਨਾ ਘਾਟ 'ਤੇ ਜਿੱਥੇ ਮੈਂ ਰਹਿੰਦਾ ਹਾਂ ਉੱਥੇ ਉਸ ਨਾਲ ਮੇਰੀ ਜਾਣ ਪਛਾਣ ਹੋਈ ਸੀ। ਉਹ ਤੁਹਾਡੇ ਬਹੁਤ ਨਜ਼ਦੀਕ ਹੈ। ਇੱਕ ਕੰਮ ਦੇ ਸਬੰਧ ਵਿੱਚ ਉਹ ਕਾਨਪੁਰ ਆਉਣਾ ਚਾਹੁੰਦਾ ਸੀ। ਮੈਂ ਤੁਹਾਡਾ ਦੋਹਾਂ ਦਾ ਪਤਾ ਦੇ ਦਿੱਤਾ। ਬਾਕੀ ਆਪਣੀ ਜਾਣ ਪਛਾਣ ਉਹ ਖੁਦ ਕਰਵਾ ਦੇਵੇਗਾ। ਚਿੱਠੀ ਮਿਲਦਿਆਂ ਹੀ ਅਸੀਂ ਬਹੁਤ ਪਰੇਸ਼ਾਨ ਹੋਏ। ਪਤਾ ਨਹੀਂ ਕਿਹੋ ਜਿਹੇ ਆਦਮੀ ਨੂੰ ਸਾਰਾ ਭੇਤ ਦੱਸ ਕੇ ਭੇਜ ਦਿੱਤਾ ਹੈ। ਅਸੀਂ ਸੋਚਿਆ ਸੀ, ਖੈਰ ਜਦ ਉਹ ਦਿੱਲੀ ਤੋਂ ਚੱਲ ਹੀ ਪਿਆ ਹੈ ਤਾਂ ਪਹੁੰਚਣ ਵਾਲਾ ਹੀ ਹੋਵੇਗਾ। ਸੋ ਅਸੀਂ ਸਭ ਤੋਂ ਪਹਿਲਾਂ ਆਪਣੇ ਆਪਣੇ ਕਮਰਿਆਂ ਦੀ ਤਲਾਸ਼ੀ ਲਈ। ਕੋਰਸ ਦੀਆਂ ਕਿਤਾਬਾਂ ਛੱਡ ਕੇ ਬਾਕੀ ਸਭ ਕਿਤਾਬਾਂ ਅਤੇ ਕਾਗਜ਼ ਪੱਤਰ ਪਾਸੇ ਕਰ ਦਿੱਤੇ। ਉਸ ਸਮੇਂ ਅਸੀਂ DAV ਕਾਲਜ ਦੇ ਹੋਸਟਲ ਦੇ ਲਾਲ ਬੰਗਲੇ ਵਿੱਚ ਰਹਿੰਦੇ ਸਾਂ। ਜੈਦੇਵ ਨੇ ਆਪਣੇ ਕਮਰੇ ਵਿੱਚ ਗਾਂਧੀ ਬਾਬਾ ਦਾ ਇੱਕ ਚਰਖਾ ਰੱਖ ਛੱਡਿਆ ਸੀ। ਅਸੀਂ ਉਸ ਨੂੰ ਵੀ ਪਾਸੇ ਕਰ ਦਿੱਤਾ। ਕੌਮੀ ਭਾਵਨਾਵਾਂ ਦੀ ਪਛਾਣ ਤਾਂ ਇਹ ਹੈ ਹੀ ਸੀ। ਅਸੀਂ ਇਹ ਵੀ ਨਿਸ਼ਚਾ ਕੀਤਾ ਕਿ ਜੇ ਪੰਜਾਬੀ ਸੱਜਣ ਪਹਿਲਾਂ ਜੈਦੇਵ ਕੋਲ ਪਹੁੰਚੇ ਤਾਂ ਉਸ ਦੀ ਮੇਰੇ ਨਾਲ ਜਾਣ ਪਛਾਣ ਨਾ ਕਰਵਾਈ ਜਾਵੇ, ਅਤੇ ਜੇ ਉਹ ਪਹਿਲਾਂ ਮੇਰੇ ਕੋਲ ਪਹੁੰਚ ਜਾਵੇ ਤਾਂ ਮੈਂ ਉਸ ਨੂੰ ਜੈਦੇਵ ਤੋਂ ਦੂਰ ਹੀ ਰੱਖਾਂ। ਅਤੇ ਫਿਰ ਇੱਕ ਦਿਨ ਸਵੇਰੇ ਜਦ ਮੈਂ ਆਪਣੇ ਕਮਰੇ ਵਿੱਚ ਬੈਠਾ ਕਾਲਜ ਦਾ ਕੰਮ ਪੂਰਾ ਕਰ ਰਿਹਾ ਸਾਂ ਤਾਂ ਸੁਣਿਆ ਕਿ ਬਾਹਰ ਗੁਆਂਢੀ ਤੋਂ ਕੋਈ ਮੇਰਾ ਪਤਾ ਪੁੱਛ ਰਿਹਾ ਹੈ। ਆਪਣਾ ਨਾਮ ਸੁਣ ਕੇ ਮੈਂ ਬਾਹਰ ਨਿਕਲ ਆਇਆ ਤਾਂ ਦੇਖਿਆ ਮੈਲੀ ਸਲਵਾਰ ਕਮੀਜ਼ ਪਾਈ, ਕੰਬਲ ਲਈ ਇੱਕ ਸਿੱਖ ਨੌਜਵਾਨ ਸਾਹਮਣੇ ਖੜ੍ਹਾ ਹੈ। ਲੰਮਾ ਕੱਦ, ਖੂਬ ਗੋਰਾ ਰੰਗ, ਛੋਟੀਆਂ ਛੋਟੀਆਂ ਅੱਖਾਂ, ਚੁੱਭਦੀ ਹੋਈ ਤੇਜ਼ ਨਜ਼ਰ,
ਖੂਬਸੂਰਤ ਚਿਹਰੇ 'ਤੇ ਹਲਕੀ ਹਲਕੀ ਛੋਟੀ ਜਿਹੀ ਦਾੜੀ, ਕੇਸ ਅਤੇ ਪੱਗ। ਇਹ ਹਨ ਸ਼ਿਵ ਵਰਮਾ, ਮੈਨੂੰ ਦੇਖ ਕੇ ਗੁਆਂਢੀ ਨੇ ਕਿਹਾ। ਆਉਣ ਵਾਲੇ ਨੇ ਦੋਵੇਂ ਬਾਹਾਂ ਫੈਲਾ ਕੇ ਮੈਨੂੰ ਜੱਫੀ ਵਿੱਚ ਲੈ ਲਿਆ, ਜਿਵੇਂ ਮੇਰਾ ਕੋਈ ਬਹੁਤ ਪੁਰਾਣਾ ਦੋਸਤ ਹੋਵੇ। ਫਿਰ ਮੇਰਾ ਹੱਥ ਖਿੱਚਦਿਆਂ ਹੋਇਆਂ ਉਹ ਕਮਰੇ ਵਿੱਚ ਇੰਜ ਦਾਖਲ ਹੋਇਆ ਜਿਵੇਂ ਇਹ ਕਮਰਾ ਮੇਰਾ ਨਹੀਂ, ਉਸ ਦਾ ਹੀ ਹੋਵੇ। ਛੋਟੇ ਕਮਰੇ ਵਿੱਚ ਥਾਂ ਦੀ ਤੰਗੀ ਕਾਰਨ ਮੈਂ ਮੰਜਾ ਬਾਹਰ ਕੱਢ ਕੇ ਹੇਠਾਂ ਹੀ ਬਿਸਤਰ ਲਾ ਰੱਖਿਆ ਸੀ। ਉਹ ਬਿਨਾਂ ਕਿਸੇ ਉਚੇਚ ਦੇ ਨਿਰਸੰਕੋਚ ਹੀ ਬਿਸਤਰੇ 'ਤੇ ਬੈਠ ਗਿਆ ਤੇ ਮੇਰਾ ਹੱਥ ਖਿੱਚ ਕੇ ਕੋਲ ਬਿਠਾਉਂਦਿਆਂ ਹੋਇਆਂ ਬੋਲਿਆ, ਮੇਰਾ ਨਾਮ ਰਣਜੀਤ ਹੈ। ਮੈਂ 2-4 ਦਿਨ ਇੱਥੇ ਰਹਾਂਗਾ। ਦਿੱਲੀ ਤੁਹਾਡੇ ਦੋਸਤ ਤੋਂ ਮੈਂ ਤੇਰੇ ਅਤੇ ਜੈਦੇਵ ਬਾਰੇ ਜਾਣ ਚੁੱਕਿਆ ਹਾਂ। ਮੈਂ ਵੀ ਤੁਹਾਡੇ ਰਾਹ ਦਾ ਪਾਂਧੀ ਹਾਂ। ਫਿਰ ਕੁਝ ਸੋਚ ਕੇ ਉਸਨੇ ਪੁੱਛਿਆ, ਵਿਜੇ ਅਤੇ ਸੁਰਿੰਦਰ ਪਾਂਡੇ ਨੂੰ ਜਾਣਦੇ ਹੋ? ਰਣਜੀਤ ਦੇ ਸਹਿਜ ਵਿਹਾਰ, ਨਿਸ਼ਕਪਟ ਹਾਸੇ ਅਤੇ ਮੁਸਕਰਾਉਂਦੀਆਂ ਅੱਖਾਂ ਨੇ ਪਹਿਲੀ ਮੁਲਾਕਾਤ ਵਿੱਚ ਹੀ ਮੇਰੇ ਸਭ ਹਥਿਆਰ ਖੋਹ ਲਏ ਸਨ। ਹੁਣ ਮੇਰੇ ਲਈ ਉਸ ਉੱਪਰ ਵਿਸ਼ਵਾਸ ਨਾ ਕਰਨਾ ਅਸੰਭਵ ਸੀ। ਰੋਕ ਟੋਕ ਦੇ ਸਭ ਬੰਨ੍ਹ ਟੁੱਟ ਗਏ ਸਨ ਤੇ ਮੈਂ ਵੀ ਉਸੇ ਤਰ੍ਹਾਂ ਸਹਿਜ ਭਾਅ ਵਿੱਚ ਕਹਿ ਦਿੱਤਾ, ਹਾਂ ਜਾਣਦਾ ਹਾਂ। ਤਾਂ ਇਹਨਾਂ ਦੋਹਾਂ ਨੂੰ ਸੁਨੇਹਾ ਭੇਜ ਦੇ ਕਿ ਅੱਜ ਰਾਤ ਉਹ ਮੈਨੂੰ ਇੱਥੇ ਆ ਕੇ ਮਿਲ ਲੈਣ, ਉਸਨੇ ਕਿਹਾ। ਫਿਰ ਕੁਝ ਰੁਕ ਕੇ ਪੁੱਛਿਆ, ਜੈਦੇਵ ਕਿੱਥੇ ਹੈ? ਇਸ ਵਾਰ ਮੈਂ ਝੂਠ ਬੋਲ ਗਿਆ। ਹਿੰਮਤ ਕਰਕੇ ਕਹਿ ਦਿੱਤਾ, ਕਿਤੇ ਬਾਹਰ ਗਿਆ ਹੋਇਆ ਹੈ, ਇੱਥੇ ਨਹੀਂ ਹੈ। ਮੈਂ ਗੱਲ ਟਾਲ ਗਿਆ ਹਾਂ, ਰਣਜੀਤ ਇਹ ਤਾੜ ਗਿਆ ਸੀ। ਇਸ ਵਿਚਾਰ ਨੇ ਕਿ ਮੈਂ ਅਜੇ ਤੱਕ ਉਸ 'ਤੇ ਵਿਸ਼ਵਾਸ ਨਹੀਂ ਕਰ ਸਕਿਆ, ਕੁਝ ਦੇਰ ਲਈ ਉਸ ਨੂੰ ਉਦਾਸ ਜਿਹਾ ਕਰ ਦਿੱਤਾ। ਉਹ ਆਪਣੇ ਨਾਲ ਵਿਕਟਰ ਹਿਊਗੋ ਦਾ ਮਸ਼ਹੂਰ ਨਾਵਲ ਲਾ ਮਿਜ਼ਰੇਬਲ ਲਿਆਇਆ ਹੋਇਆ ਸੀ। ਉਸਨੇ ਚੁੱਪਚਾਪ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿਸੇ ਨੇ ਉਸ ਦਾ ਹਾਸਾ, ਉਸ ਦੀ ਗੱਲਬਾਤ, ਉਸ ਦਾ ਉਚੇਚ ਰਹਿਤ ਵਿਹਾਰ ਆਦਿ ਸਭ ਉੱਪਰ ਅਚਾਨਕ ਹੀ ਬ੍ਰੇਕਾਂ ਲਾ ਦਿੱਤੀਆਂ ਹੋਣ। ਮੈਂ ਝੂਠ ਤਾਂ ਬੋਲ ਗਿਆ, ਪਰ ਇਹ ਗੱਲ ਦਿਲ ਵਿੱਚ ਰੜਕਦੀ ਜਿਹੀ ਰਹੀ। ਰਣਜੀਤ ਦੀ ਉਦਾਸੀ ਸਾਹਮਣੇ ਮੇਰੇ ਲਈ ਕਮਰੇ ਵਿੱਚ ਖੜ੍ਹਨਾ ਔਖਾ ਹੋ ਗਿਆ ਤੇ ਮੈਂ ਵਿਜੇ ਨੂੰ ਸੁਨੇਹਾ ਭਿਜਵਾਉਣ ਦੇ ਬਹਾਨੇ ਕਾਲਜ ਚਲਾ ਗਿਆ। ਸੁਰਿੰਦਰ ਨੂੰ ਰਣਜੀਤ ਦਾ ਪੈਗਾਮ ਦਿੱਤਾ ਤਾਂ ਉਸਨੇ ਦੱਸਿਆ, ਉਹ ਤਾਂ ਪਾਰਟੀ ਦਾ ਪੁਰਾਣਾ ਬੰਦਾ ਹੈ। ਕਾਲਜ ਤੋਂ ਵਾਪਸ ਆਉਂਦਿਆਂ ਹੀ ਦੁਪਹਿਰ ਦੇ ਖਾਣੇ ਦਾ ਸਮਾਂ ਹੋ ਗਿਆ। ਜੈਦੇਵ ਅਤੇ ਮੈਂ ਅਕਸਰ ਹੀ ਮੈਸ ਵਿੱਚ ਇਕੱਠੇ ਖਾਣਾ ਖਾਂਦੇ ਸਾਂ। ਰਣਜੀਤ ਲਈ ਕਮਰੇ ਵਿੱਚ ਮੰਗਵਾਉਣ ਦੀ ਬਜਾਏ ਮੈਂ ਉਸਨੂੰ ਨਾਲ ਹੀ ਲੈ ਗਿਆ। ਮੈਸ ਅੰਦਰ ਉਸ ਸਮੇਂ ਖਾਣਾ ਖਾਣ ਵਾਲੇ ਅਸੀਂ ਤਿੰਨੋਂ ਹੀ ਸਾਂ। ਰਣਜੀਤ ਵਿਚਕਾਰ ਹੋ ਕੇ ਜੈਦੇਵ ਦੇ ਨਾਲ ਹੀ ਬੈਠਾ ਸੀ, ਪਰ ਉਸਨੇ ਮੈਸ ਦਾ ਕੋਈ ਹੋਰ ਮੈਂਬਰ ਸਮਝ ਕੇ ਉਸ ਬੰਨੀ ਧਿਆਨ ਨਾ ਦਿੱਤਾ। ਫਿਰ ਜਦੋਂ ਜੈਦੇਵ ਨੇ ਚੁੱਪਚਾਪ ਉਸ ਦੀ ਦਾਲ ਵਿੱਚ ਵਾਹਵਾ ਸਾਰਾ ਗਰਮ ਘਿਓ ਪਾ ਦਿੱਤਾ ਤਾਂ ਉਹ ਪਹਿਲਾਂ ਜੈਦੇਵ ਵੱਲ ਝਾਕਿਆ ਤੇ ਫਿਰ ਸਵਾਲੀਆ ਨਜ਼ਰਾਂ ਨਾਲ ਮੇਰੇ ਬੰਨੀ ਦੇਖਣ ਲੱਗਾ। ਉਸ ਦੀ ਉਲਝਣ 'ਤੇ ਸਾਡਾ ਦੋਹਾਂ ਦਾ ਹਾਸਾ ਨਿਕਲ ਗਿਆ। ਉਸ ਦੇ ਮੂੰਹੋਂ ਨਿਕਲਿਆ, ਜੈਦੇਵ? ਤਾਂ ਅਸੀਂ ਹੋਰ ਵੀ ਜ਼ੋਰ ਨਾਲ ਹੱਸ ਪਏ। ਰਣਜੀਤ ਨੇ ਮੇਰੀ ਪਿੱਠ 'ਤੇ ਜ਼ੋਰ ਨਾਲ ਮੁੱਕਾ ਜੜਦੇ ਹੋਏ ਕਿਹਾ, ਚੋਰ ਕਿਤੋਂ ਦਾ। ਫਿਰ ਵਿਅੰਗ ਕੱਸਦਿਆਂ ਉਹ ਬੋਲਿਆ, ਲੱਗਦਾ ਹੈ ਆਪਣਿਆਂ ਨੂੰ ਬਹੁਤ ਲੁਕੋ ਕੇ ਰੱਖਣ ਦੀ ਆਦਤ ਹੈ। ਖੈਰ ਹੁਣ ਤਾਂ ਤੇਰੇ ਘਸੁੰਨ ਨੇ ਆਪਣਾ ਪਰਾਇਆ ਸਭ ਬਰਾਬਰ ਕਰ ਦਿੱਤਾ ਹੈ, ਮੈਂ ਕਿਹਾ। ਉਹ ਖੱਬਾ ਹੱਥ ਮੇਰੀ ਪਿੱਠ 'ਤੇ ਫੇਰਦਿਆਂ ਬੋਲਿਆ, ਲੈ ਹੱਥ ਫੇਰ ਦਿੰਦਾ ਹਾਂ, ਹੁਣ ਚੁੱਪਚਾਪ ਖਾਣਾ ਖਾ ਲਓ। ਰਣਜੀਤ ਜਿੰਨੇ ਦਿਨ ਵੀ ਕਮਰੇ ਵਿੱਚ ਰਿਹਾ, ਲਗਭਗ ਰੋਜ਼ ਹੀ ਵਿਜੇ ਅਤੇ ਪਾਂਡੇ ਆਉਂਦੇ ਰਹੇ। ਉਹ ਕਾਕੋਰੀ ਕੇਸ ਦੇ ਸਜ਼ਾ ਜ਼ਾਫਤਾ ਪੰਡਿਤ ਰਾਮ ਪ੍ਰਸਾਦ ਬਿਸਮਲ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਦੀ ਯੋਜਨਾ 'ਤੇ ਵਿਚਾਰ ਵਟਾਂਦਰਾ ਕਰਨ ਆਇਆ ਸੀ। 3-4 ਦਿਨ ਰਹਿਣ ਪਿੱਛੋਂ ਬਿਸਮਲ ਨਾਲ ਸੰਪਰਕ ਬਣਾ ਕੇ ਯੋਜਨਾ ਪੱਕੀ ਕਰਕੇ ਰੱਖਣ ਦੀ ਜ਼ਿੰਮੇਵਾਰੀ ਵਿਜੇ ਨੂੰ ਸੌਂਪ ਕੇ ਉਹ ਵਾਪਸ ਪੰਜਾਬ ਚਲਿਆ ਗਿਆ ਸੀ। ਰਣਜੀਤ ਦੇ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਦਾ ਨਾਮ ਭਗਤ ਸਿੰਘ ਹੈ। ਉਹ ਪਹਿਲਾਂ ਵੀ ਕਾਨਪੁਰ ਵਿੱਚ ਸ਼੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਕੋਲ ਪ੍ਰਤਾਪ ਵਿੱਚ ਕੰਮ ਕਰ ਚੁੱਕਾ ਹੈ। ਕਾਨਪੁਰ ਵਿੱਚ ਪ੍ਰਤਾਪ ਅਖਬਾਰ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਦਿਨ ਉਸਨੇ ਅਖਬਾਰ ਵੇਚ ਕੇ ਹੀ ਗੁਜ਼ਾਰਾ ਕੀਤਾ ਸੀ।
ਇਹ ਵੀ ਪਤਾ ਲੱਗਾ ਕਿ ਬਿਸਮਿਲ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਦਾ ਇੱਕ ਯਤਨ ਪਹਿਲਾਂ ਵੀ ਹੋ ਚੁੱਕਾ ਸੀ, ਜਿਹੜਾ ਕਿ ਕਿਸੇ ਕਾਰਨ ਅੱਧ ਵਿਚਾਲੇ ਹੀ ਛੱਡ ਦੇਣਾ ਪਿਆ ਸੀ। ਇਸ ਵਿੱਚ ਹਿੱਸਾ ਲੈਣ ਲਈ ਭਗਤ ਸਿੰਘ ਅਤੇ ਸੁਖਦੇਵ ਦੇ ਨਾਲ ਪੰਜਾਬ ਤੋਂ ਕਈ ਹੋਰ ਸਾਥੀ ਵੀ ਆਏ ਸਨ। ਇਸ ਦਿਸ਼ਾ ਵਿੱਚ ਇਹ ਉਸਦਾ ਦੂਸਰਾ ਯਤਨ ਸੀ। ਲਗਭਗ 2 ਮਹੀਨਿਆਂ ਬਾਅਦ ਭਗਤ ਸਿੰਘ ਫਿਰ ਵਾਪਸ ਆਇਆ। ਇਸ ਵਾਰ ਉਹ ਕਾਫੀ ਚਿਰ ਠਹਿਰਿਆ। ਭਗਤ ਸਿੰਘ ਮੇਰੇ ਕਮਰੇ ਵਿੱਚ ਆਪਣਾ ਜ਼ਿਆਦਾ ਸਮਾਂ ਪੜ੍ਹਨ ਵਿੱਚ ਹੀ ਬਤੀਤ ਕਰਦਾ ਸੀ। ਵਿਕਟਰ ਹਿਊਗੋ, ਹੌਲਕੀਨ, ਟਾਲਸਟਾਏ, ਦੋਸਤੋਵਸਕੀ, ਗੋਰਕੀ, ਬਰਨਾਰਡ ਸ਼ਾਹ, ਡਿਕਨਜ਼ ਆਦਿ ਉਸ ਦੇ ਮਹਿਬੂਬ ਲੇਖਕ ਸਨ। ਪੜ੍ਹਨ ਤੋਂ ਜਦ ਉਸ ਦਾ ਮਨ ਉਕਤਾ ਜਾਂਦਾ ਤਾਂ ਉਹ ਹੋਸਟਲ ਦੇ ਪਿੱਛੇ ਗੰਗਾ ਦੇ ਕਿਨਾਰੇ ਜਾ ਕੇ ਬੈਠ ਜਾਂਦਾ, ਜਾਂ ਜਦ ਮੈਨੂੰ ਅਤੇ ਜੈਦੇਵ ਨੂੰ ਕਾਲਜ ਤੋਂ ਬੇਲ ਹੁੰਦੀ ਤਾਂ ਸਾਡੇ ਨਾਲ ਉਹ ਗੱਲਾਂ ਬਾਤਾਂ ਮਾਰਦਾ। ਉਸ ਦੀ ਗੱਲਬਾਤ ਦਾ ਵਿਸ਼ਾ ਜ਼ਿਆਦਾ ਕਰਕੇ ਉਸ ਦੀਆਂ ਪੜ੍ਹੀਆਂ ਕਿਤਾਬਾਂ ਹੁੰਦੀਆਂ। ਉਹ ਉਹਨਾਂ ਬਾਰੇ ਦੱਸਦਾ ਤੇ ਫਿਰ ਜ਼ੋਰ ਦਿੰਦਾ ਕਿ ਅਸੀਂ ਵੀ ਉਹ ਪੜ੍ਹੀਏ। ਕਦੇ ਕਦਾਈਂ ਪੁਰਾਣੇ ਇਨਕਲਾਬੀਆਂ ਦੀਆਂ ਕਹਾਣੀਆਂ ਵੀ ਉਹ ਸੁਣਾਉਂਦਾ। ਕੂਕਾ ਬਗਾਵਤ, ਗਦਰ ਪਾਰਟੀ ਦਾ ਇਤਿਹਾਸ, ਕਰਤਾਰ ਸਿੰਘ, ਸੂਫੀ ਅੰਬਾ ਪ੍ਰਸਾਦ ਆਦਿ ਦੀਆਂ ਜੀਵਨੀਆਂ ਅਤੇ ਬੱਬਰ ਅਕਾਲੀਆਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦਿਆਂ ਉਹ ਅਕਸਰ ਜਜ਼ਬਾਤੀ ਹੋ ਜਾਂਦਾ। ਉਸ ਦੇ ਸੁਣਾਉਣ ਦੇ ਢੰਗ ਵਿੱਚ ਇੱਕ ਅਜੀਬ ਖਿੱਚ ਸੀ, ਜਿਸ ਕਾਰਨ ਅਸੀਂ ਅਕਸਰ ਰੋਜ਼ ਹੀ ਕੁਝ ਸਮਾਂ ਪਹਿਲਾਂ ਹੀ ਕਾਲਜੋਂ ਭੱਜ ਆਉਂਦੇ। ਜੈਦੇਵ ਸ਼ੁਰੂ ਤੋਂ ਹੀ ਮੇਥੋਂ ਤਕੜਾ ਸੀ। ਜੋਖਮ ਨਾਲ ਭਿੜਨ ਦੀ ਉਸਨੂੰ ਆਦਤ ਸੀ ਤੇ ਮਾਰ ਕੁਟਾਈ ਵਿੱਚ ਵੀ ਹੱਥ ਉਸ ਦਾ ਪਹਿਲਾਂ ਹੀ ਖੁੱਲ੍ਹਾ ਸੀ। ਉਸਦੇ ਇਹਨਾਂ ਸਭ ਗੁਣਾਂ ਕਰਕੇ ਭਗਤ ਸਿੰਘ ਨੇ ਉਸਨੂੰ ਬਿਸਮਿਲ ਵਾਲੇ ਐਕਸ਼ਨ ਵਿੱਚ ਲੈ ਜਾਣ ਦਾ ਫੈਸਲਾ ਕੀਤਾ। ਇੱਕ ਦਿਨ ਦੁਪਹਿਰ ਵੇਲੇ ਉਸਨੇ ਜਦ ਆਪਣਾ ਇਹ ਉਪਰੋਕਤ ਨਿਰਣਾ ਮੈਨੂੰ ਦੱਸਿਆ ਤਾਂ ਮੈਨੂੰ ਆਪਣੇ ਪਤਲੇ ਕਮਜ਼ੋਰ ਸਰੀਰ 'ਤੇ ਬੜੀ ਨਮੋਸ਼ੀ ਮਹਿਸੂਸ ਹੋਈ। ਮੈਂ ਪਾਰਟੀ ਦੇ ਕੰਮ ਦੇ ਯੋਗ ਨਹੀਂ ਸਮਝਿਆ ਗਿਆ। ਇਸ ਵਿਚਾਰ ਨਾਲ ਮੇਰੇ ਮਨ ਨੂੰ ਵੱਡਾ ਧੱਕਾ ਲੱਗਾ ਤੇ ਕੁਝ ਦੇਰ ਬੈਠੇ ਰਹਿਣ ਉਪਰੰਤ ਮੈਂ ਨੀਂਦ ਦਾ ਬਹਾਨਾ ਕਰਕੇ ਇੱਕ ਪਾਸੇ ਲੰਮਾ ਪੈ ਗਿਆ। ਭਗਤ ਸਿੰਘ ਇੱਕ ਕਿਤਾਬ ਦੇ ਵਰਕੇ ਪਲਟਦਾ ਰਿਹਾ ਤੇ ਫਿਰ ਮੈਨੂੰ ਮੋਢੇ ਤੋਂ ਹਿਲਾਉਂਦਾ ਹੋਇਆ ਬੋਲਿਆ, ਸ਼ਿਵ, ਕੀ ਹੈ? ਉਹਦੇ ਵੱਲ ਪਾਸਾ ਪਰਤਦਿਆਂ ਮੈਂ ਕਿਹਾ, ਇੱਕ ਗੱਲ ਪੁੱਛਾਂ? ਹਾਂ। ਵਿਅਕਤੀ ਦਾ ਨਾਂ ਵੱਡਾ ਜਾਂ ਪਾਰਟੀ ਦਾ ਕੰਮ? ਪਾਰਟੀ ਦਾ ਕੰਮ, ਮੈਂ ਜਵਾਬ ਦਿੱਤਾ। ਅਤੇ ਪਾਰਟੀ ਦਾ ਕੰਮ ਨਿਰਵਿਘਨ ਚਾਲ ਨਾਲ ਚੱਲਦਾ ਰਹੇ, ਸਾਡੇ ਐਕਸ਼ਨ ਸਫਲ ਹੁੰਦੇ ਰਹਿਣ, ਸਾਡੀ ਗੱਲ ਦੇਸ਼ ਵਾਸੀਆਂ ਤੱਕ ਨਿਯਮਤ ਰੂਪ ਵਿੱਚ ਪਹੁੰਚਦੀ ਰਹੇ। ਆਜ਼ਾਦੀ ਦੀ ਇਸ ਲੜਾਈ ਵਿੱਚ ਅਸੀਂ ਹਰ ਮੰਜ਼ਿਲ 'ਤੇ ਸਫਲ ਹੁੰਦੇ ਰਹੀਏ। ਇਸ ਸਭ ਲਈ ਪਹਿਲੀ ਸ਼ਰਤ ਕੀ ਹੈ? ਇੱਕ ਮਜ਼ਬੂਤ ਅਤੇ ਵਿਸ਼ਾਲ ਜਥੇਬੰਦੀ, ਮੈਂ ਜਵਾਬ ਦਿੱਤਾ। ਜਥੇਬੰਦੀ ਅਤੇ ਪ੍ਰਚਾਰ, ਉਸਨੇ ਕਿਹਾ। ਦੇਸ਼ ਦੀ ਜਨਤਾ ਸਾਡੇ ਹੌਸਲੇ ਅਤੇ ਸਾਡੇ ਕੰਮਾਂ ਦੀ ਪ੍ਰਸ਼ੰਸਾ ਕਰਦੀ ਹੈ, ਪਰ ਉਹ ਸਾਡੇ ਨਾਲ ਆਪਣਾ ਸਿੱਧਾ ਸੰਪਰਕ ਜੋੜਨ ਵਿੱਚ ਅਸਮਰੱਥ ਹੈ। ਅਜੇ ਤੱਕ ਆਪਾਂ ਨੇ ਖੁੱਲ੍ਹੇ ਸ਼ਬਦਾਂ ਵਿੱਚ ਇਹ ਵੀ ਨਹੀਂ ਦੱਸਿਆ ਕਿ ਜਿਸ ਆਜ਼ਾਦੀ ਦੀ ਅਸੀਂ ਗੱਲ ਕਰਦੇ ਹਾਂ ਉਸ ਦੀ ਰੂਪਰੇਖਾ ਕੀ ਹੋਵੇਗੀ। ਅੰਗਰੇਜ਼ਾਂ ਦੇ ਨਿਕਲ ਜਾਣ ਤੋਂ ਬਾਅਦ ਜੋ ਸਰਕਾਰ ਬਣੇਗੀ ਉਹ ਕਿਹੋ ਜਿਹੀ ਹੋਵੇਗੀ ਤੇ ਕਿਸ ਦੀ ਹੋਵੇਗੀ? ਆਪਣੇ ਸੰਘਰਸ਼ ਦਾ ਜਨਤਕ ਆਧਾਰ ਬਣਾਉਣ ਲਈ ਸਾਨੂੰ ਆਪਣਾ ਮਕਸਦ ਲੋਕਾਂ ਤੱਕ ਲੈ ਕੇ ਜਾਣਾ ਹੋਵੇਗਾ, ਕਿਉਂਕਿ ਲੋਕਾਂ ਦੀ ਹਮਾਇਤ ਤੋਂ ਬਿਨਾਂ ਅਸੀਂ ਹੁਣ ਪੁਰਾਣੇ ਢੰਗ ਨਾਲ ਇੱਕਾ ਦੁੱਕਾ ਅੰਗਰੇਜ਼ ਅਫਸਰਾਂ ਜਾਂ ਸਰਕਾਰੀ ਟਾਊਟਾਂ ਨੂੰ ਮਾਰ ਕੇ ਅਗਾਂਹ ਨਹੀਂ ਵੱਧ ਸਕਦੇ। ਆਪਾਂ ਹੁਣ ਤੱਕ ਜਥੇਬੰਦੀ ਅਤੇ ਪ੍ਰਚਾਰ ਦੀ ਤਰਫੋਂ ਬੇਮੁਖ ਹੋ ਕੇ ਅਕਸਰ ਐਕਸ਼ਨਾਂ 'ਤੇ ਹੀ ਜ਼ੋਰ ਦਿੰਦੇ ਆਏ ਹਾਂ। ਮੈਂ ਤੈਨੂੰ ਅਤੇ ਜੈਦੇਵ ਨੂੰ ਜਥੇਬੰਦੀ ਅਤੇ ਪ੍ਰਚਾਰ ਦੇ ਕੰਮਾਂ ਲਈ ਪਿੱਛੇ ਰੱਖਣਾ ਚਾਹੁੰਦਾ ਹਾਂ। ਕੁਝ ਦੇਰ ਚੁੱਪ ਰਹਿ ਕੇ ਉਹ ਫਿਰ ਬੋਲਿਆ, ਆਪਾਂ ਸਭ ਲੋਕ ਸਿਪਾਹੀ ਹਾਂ। ਸਿਪਾਹੀ ਦਾ ਸਭ ਤੋਂ ਵੱਧ ਮੋਹ ਯੁੱਧ ਭੂਮੀ ਨਾਲ ਹੁੰਦਾ ਹੈ। ਇਸ ਕਰਕੇ ਐਕਸ਼ਨ ਦੀ ਗੱਲ ਉੱਠਣ 'ਤੇ ਹੀ ਸਭ ਲੋਕ ਉਛਲ ਪੈਂਦੇ ਹਨ। ਫਿਰ ਵੀ ਸੰਘਰਸ਼ ਦਾ ਧਿਆਨ ਰੱਖਦਿਆਂ ਕਿਸੇ ਨਾ ਕਿਸੇ ਨੂੰ ਤਾਂ ਐਕਸ਼ਨਾਂ ਦਾ ਮੋਹ ਤਿਆਗਣਾ ਹੀ ਪਵੇਗਾ। ਇਹ ਸਹੀ ਹੈ ਕਿ ਆਮ ਕਰਕੇ ਸ਼ਹਾਦਤ ਦਾ ਸਿਹਰਾ
ਐਕਸ਼ਨ ਵਿੱਚ ਜੂਝਣ ਵਾਲਿਆਂ ਜਾਂ ਫਾਂਸੀ ਦੇ ਫੰਦੇ 'ਤੇ ਝੂਟ ਜਾਣ ਵਾਲਿਆਂ ਦੇ ਸਿਰ ਹੀ ਵੱਜਦਾ ਹੈ। ਪਰ ਇਸ ਦੇ ਬਾਵਜੂਦ ਉਹਨਾਂ ਦੀ ਸਥਿਤੀ ਇਮਾਰਤ ਦੇ ਮੁੱਖ ਦੁਆਰ 'ਤੇ ਜੜੇ ਉਸ ਹੀਰੇ ਸਮਾਨ ਹੀ ਹੁੰਦੀ ਹੈ ਜਿਸ ਦਾ ਮੁੱਲ, ਜਿੱਥੋਂ ਤੱਕ ਇਮਾਰਤ ਦਾ ਸਵਾਲ ਹੈ, ਉਸ ਦੀ ਨੀਂਹ ਥੱਲੇ ਦੱਬੇ ਇੱਕ ਸਧਾਰਨ ਪੱਥਰ ਦੇ ਮੁਕਾਬਲੇ ਕੁਝ ਵੀ ਨਹੀਂ ਹੁੰਦਾ। ਮੈਂ ਪਿਆ ਭਗਤ ਸਿੰਘ ਦੀਆਂ ਗੱਲਾਂ ਸੁਣਦਾ ਰਿਹਾ। ਉਹ ਮੇਰੇ ਸਿਰ ਕੋਲ ਕੰਧ ਨਾਲ ਢਾਸਣਾ ਲਾਈ ਬੈਠਾ ਸੀ ਤੇ ਇਉਂ ਗੱਲ ਕਰ ਰਿਹਾ ਸੀ ਜਿਵੇਂ ਜ਼ੋਰ-ਜ਼ੋਰ ਨਾਲ ਸੋਚਣ ਦਾ ਯਤਨ ਕਰ ਰਿਹਾ ਹੋਵੇ। ਵਿੱਚ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਮੇਰੇ ਸਿਰ ਦੇ ਵਾਲਾਂ ਵਿੱਚ ਵੀ ਫਿਰ ਜਾਂਦੀਆਂ ਤੇ ਉਹ ਫਿਰ ਹੌਲੀ-ਹੌਲੀ ਰੁਕ ਕੇ ਉਸੇ ਲਹਿਜ਼ੇ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ। ਹੀਰੇ ਇਮਾਰਤ ਦੀ ਖੂਬਸੂਰਤੀ ਵਧਾ ਸਕਦੇ ਹਨ, ਦੇਖਣ ਵਾਲਿਆਂ ਨੂੰ ਹੈਰਾਨ ਕਰ ਸਕਦੇ ਹਨ, ਪਰ ਉਹ ਇਮਾਰਤ ਦੀ ਬੁਨਿਆਦ ਨਹੀਂ ਬਣ ਸਕਦੇ, ਉਸ ਦੀ ਉਮਰ ਨਹੀਂ ਵਧਾ ਸਕਦੇ। ਸਦੀਆਂ ਤੱਕ ਆਪਣੇ ਮਜ਼ਬੂਤ ਮੋਢਿਆਂ 'ਤੇ ਉਸ ਦੇ ਬੋਝ ਨੂੰ ਚੁੱਕ ਕੇ ਸਿੱਧਿਆਂ ਖੜਾ ਨਹੀਂ ਰੱਖ ਸਕਦੇ। ਹੁਣ ਤੱਕ ਸਾਡੇ ਸੰਘਰਸ਼ ਨੇ ਹੀਰੇ ਕਮਾਏ ਹਨ, ਬੁਨਿਆਦ ਦੇ ਪੱਥਰ ਨਹੀਂ ਇਕੱਠੇ ਕੀਤੇ। ਇਸ ਕਰਕੇ ਹੀ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਵੀ ਅਸੀਂ ਅਜੇ ਤੱਕ ਇਮਾਰਤ ਤੱਕ ਹੀ ਉਸ ਦਾ ਢਾਂਚਾ ਵੀ ਖੜਾ ਨਹੀਂ ਕਰ ਸਕੇ। ਅੱਜ ਸਾਨੂੰ ਬੁਨਿਆਦ ਦੇ ਪੱਥਰਾਂ ਦੀ ਜ਼ਰੂਰਤ ਹੈ। ਕੁਝ ਚਿਰ ਰੁਕ ਕੇ ਉਹ ਫਿਰ ਬੋਲਿਆ, ਤਿਆਗ ਅਤੇ ਕੁਰਬਾਨੀ ਦੇ ਵੀ ਦੋ ਰੂਪ ਹਨ। ਇੱਕ ਹੈ ਸੀਨੇ ਵਿੱਚ ਗੋਲੀ ਖਾ ਕੇ ਜਾਂ ਫਾਂਸੀ 'ਤੇ ਚੜ੍ਹ ਕੇ ਮਰਨਾ। ਇਸ ਵਿੱਚ ਚਮਕ ਦਮਕ ਜ਼ਿਆਦਾ ਹੈ ਪਰ ਤਕਲੀਫ ਘੱਟ। ਦੂਸਰਾ ਹੈ ਪਿੱਛੇ ਰਹਿ ਕੇ ਸਾਰੀ ਜ਼ਿੰਦਗੀ ਇਮਾਰਤ ਦਾ ਬੋਝ ਢੋਂਦੇ ਫਿਰਨਾ। ਸੰਘਰਸ਼ ਦੇ ਉਤਰਾਵਾਂ ਚੜ੍ਹਾਵਾਂ ਵਿੱਚ, ਕਸੂਤੀਆਂ ਹਾਲਤਾਂ ਵਿੱਚ ਕਦੇ ਐਸੇ ਪਲ ਵੀ ਆਉਂਦੇ ਹਨ ਜਦ ਇੱਕ ਕਰਕੇ ਸਭ ਹਮਸਫ਼ਰ ਸਾਥ ਛੱਡ ਜਾਂਦੇ ਹਨ। ਉਸ ਸਮੇਂ ਮਨੁੱਖ ਹਮਦਰਦੀ ਦੇ ਦੋ ਬੋਲਾਂ ਲਈ ਵੀ ਤਰਸ ਜਾਂਦਾ ਹੈ। ਅਜਿਹੇ ਪਲਾਂ ਵਿੱਚ ਹੌਸਲਾ ਨਾ ਹਾਰ ਕੇ ਜਿਹੜੇ ਲੋਕ ਆਪਣਾ ਰਾਹ ਨਹੀਂ ਛੱਡਦੇ, ਇਮਾਰਤ ਦੇ ਬੋਝ ਨਾਲ ਜਿਨ੍ਹਾਂ ਦੇ ਪੈਰ ਨਹੀਂ ਡਗਮਗਾਉਂਦੇ, ਮੋਢੇ ਨਹੀਂ ਝੁਕਦੇ, ਜੋ ਪੋਟਾ ਕਰਕੇ ਆਪਣੇ ਆਪ ਨੂੰ ਇਸ ਲਈ ਗਾਲਦੇ ਰਹਿੰਦੇ ਹਨ, ਇਸ ਲਈ ਜਲਾਉਂਦੇ ਰਹਿੰਦੇ ਹਨ ਕਿ ਦੀਵੇ ਦੀ ਲੋ ਮੱਧਮ ਨਾ ਪੈ ਜਾਵੇ, ਸੁੰਨਸਾਨ ਡੰਡੀ 'ਤੇ ਹਨੇਰਾ ਨਾ ਪਸਰ ਜਾਵੇ, ਅਜਿਹੇ ਲੋਕਾਂ ਦੀ ਕੁਰਬਾਨੀ ਅਤੇ ਤਿਆਗ ਪਹਿਲੇ ਵਾਲਿਆਂ ਦੇ ਮੁਕਾਬਲੇ ਕੀ ਜ਼ਿਆਦਾ ਨਹੀਂ ਹੈ? ਮੈਂ ਸਿਰ ਚੁੱਕ ਕੇ ਭਗਤ ਸਿੰਘ ਵੱਨੀ ਦੇਖਿਆ। ਉਹ ਮੁਸਕਰਾਇਆ ਤੇ ਬੋਲਿਆ, ਤੂੰ ਮੈਨੂੰ ਗਲਤ ਸਮਝਿਆ ਸੀ, ਇਸ ਲਈ ਇਹ ਸਭ ਕੁਝ ਕਹਿਣਾ ਪਿਆ। ਅਜੇ ਤਾਂ ਇਹ ਆਪਣੇ ਸਫ਼ਰ ਦੀ ਸ਼ੁਰੂਆਤ ਹੀ ਹੈ ਤੇ ਜੇ ਆਪਾਂ ਹੀ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗੇ ਤਾਂ ਮੰਜ਼ਿਲਾਂ ਕਿਵੇਂ ਪਾਰ ਕਰਾਂਗੇ? ਉਸ ਸਮੇਂ ਜੈਦੇਵ ਕਮਰੇ ਵਿੱਚ ਦਾਖਲ ਹੋਇਆ। ਕੀ ਹੋ ਰਿਹਾ ਹੈ? ਉਸਨੇ ਅੰਦਰ ਆਉਂਦਿਆਂ ਹੀ ਪੁੱਛਿਆ। ਤੇਰੇ ਦੋਸਤ ਨੂੰ ਸ਼ੱਕ ਹੋ ਗਿਆ ਸੀ ਕਿ ਮੈਂ ਚੋਰੀ ਕੀਤੀ ਹੈ, ਉਸ ਦੀ ਸਫਾਈ ਦੇ ਰਿਹਾ ਸੀ। ਇਹ ਕਹਿੰਦਿਆਂ ਉਸਨੇ ਹੱਥ ਫੜ ਕੇ ਮੈਨੂੰ ਉਠਾ ਦਿੱਤਾ। ਹੁਣ ਉਹ ਆਪਣੇ ਪਹਿਲੇ ਰੂਪ ਵਿੱਚ ਆ ਗਿਆ ਸੀ। ਕਿਉਂ ਨਾ ਅੱਜ ਰਾਤ ਗੰਗਾ ਵਿੱਚ ਬੋਟਿੰਗ ਕੀਤੀ ਜਾਵੇ? ਉਸਨੇ ਸੱਦਾ ਦਿੱਤਾ। ਗੱਲ ਪੱਕੀ ਹੋ ਗਈ। ਵਿਜੇ, ਸੁਰਿੰਦਰ ਅਤੇ ਬ੍ਰਹਮਦੱਤ ਨੂੰ ਵੀ ਸੁਨੇਹਾ ਭੇਜ ਦਿੱਤਾ ਗਿਆ। ਪਹਿਲਾਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਰਾਤ ਦੇ ਲਗਭਗ 10 ਵਜੇ ਸਾਡੀ ਪੂਰੀ ਟੋਲੀ ਕਿਸ਼ਤੀ 'ਤੇ ਪਹੁੰਚ ਗਈ। ਭਗਤ ਸਿੰਘ ਨੂੰ ਤੈਰਨ ਦਾ ਤੇ ਕਿਸ਼ਤੀ ਚਲਾਉਣ ਦਾ ਬਹੁਤ ਸ਼ੌਂਕ ਸੀ। ਉਸਨੇ ਕਿਸ਼ਤੀ ਖੋਲ੍ਹ ਦਿੱਤੀ ਤੇ ਚੱਪੂ ਚੁੱਕ ਲਏ। ਹੁਣ ਅਸੀਂ ਗੰਗਾ ਦੀ ਵਿਚਲੀ ਧਾਰ ਵਿੱਚ ਸਾਂ। ਚੱਪੂਆਂ ਦੀ ਹਰ ਥਪੇੜ ਰਾਤ ਦੀ ਹਵਾ ਦੇ ਸਨਾਟੇ ਨੂੰ ਛੇੜ ਰਹੀ ਸੀ ਤੇ ਭਗਤ ਸਿੰਘ ਦੀਆਂ ਮਜ਼ਬੂਤ ਬਾਹਾਂ ਕਿਸ਼ਤੀ ਨੂੰ ਨਦੀ ਦੇ ਵਹਿਣ ਤੋਂ ਉਲਟ ਰੁਖ ਖਿੱਚੀ ਲਿਜਾ ਰਹੀਆਂ ਸਨ। ਕਾਫੀ ਦੂਰ ਨਿਕਲ ਜਾਣ ਤੋਂ ਬਾਅਦ ਉਸਨੇ ਚੱਪੂ ਰੱਖ ਦਿੱਤੇ। ਕਿਸ਼ਤੀ ਧੀਮੀ ਚਾਲ ਨਾਲ ਕਾਲਜ ਵੱਲ ਵਾਪਸ ਵਹਿਣ ਲੱਗੀ। ਹੁਣ ਸਿਰਫ ਕਿਸ਼ਤੀ ਨੂੰ ਇੱਧਰ ਉੱਧਰ ਭਟਕਣ ਤੋਂ ਹੀ ਬਚਾਉਣ ਦਾ ਕੰਮ ਸੀ। ਭਗਤ ਸਿੰਘ ਅਤੇ ਵਿਜੇ ਨੇ ਗਾਉਣਾ ਆਰੰਭ ਕਰ ਦਿੱਤਾ। ਉਹਨਾਂ ਦੇ ਗਾਣੇ ਦੇ ਬੋਲ ਹਵਾ ਵਿੱਚ ਤੈਰਨ ਲੱਗੇ। ਇਸ ਦੌਰਾਨ ਕਿਸ਼ਤੀ ਕਦੋਂ ਗਲਤ ਦਿਸ਼ਾ ਵਿੱਚ ਮੁੜ ਗਈ ਇਸ ਦਾ ਸਾਨੂੰ ਪਤਾ ਹੀ ਨਾ ਲੱਗਾ ਤੇ ਉਹ ਥੋੜ੍ਹੇ ਪਾਣੀ ਵਿਚਲੀ ਰੇਤ ਵਿੱਚ ਜਾ ਕੇ ਖੁੱਭ ਗਈ। ਚੰਦ ਅਸਮਾਨ ਨੂੰ ਅਲਵਿਦਾ ਕਹਿ ਗਿਆ ਸੀ। ਉਸ 'ਤੇ ਚਾਂਦੀ ਬੰਨੇ ਪ੍ਰਕਾਸ਼ ਦੀ ਬਜਾਏ ਹਨੇਰੇ ਦੀ ਕਾਲੀ ਚਾਦਰ ਨੇ
ਸਭ ਦਿਸ਼ਾਵਾਂ ਨੂੰ ਢੱਕ ਲਿਆ ਸੀ। ਅਸੀਂ ਇੱਧਰ ਉੱਧਰ ਦੇਖਿਆ। ਕਿਸ਼ਤੀ ਗੰਗਾ ਦੇ ਦੂਸਰੇ ਕਿਨਾਰੇ ਤੋਂ ਕੁਝ ਦੂਰੀ 'ਤੇ ਸੀ। ਇੱਕ ਇੱਕ ਕਰਕੇ ਅਸੀਂ ਸਭ ਪਾਣੀ ਵਿੱਚ ਉਤਰੇ, ਧੱਕਾ ਲਾਇਆ, ਕਿਸ਼ਤੀ ਨੂੰ ਹਿਲਾਇਆ, ਘੁਮਾਇਆ, ਪਰ ਉਹ ਰੇਤ ਵਿੱਚ ਧੱਸਦੀ ਹੀ ਗਈ। 1 ਘੰਟੇ ਦੀ ਸਖਤ ਮਿਹਨਤ ਬਾਅਦ ਘੜੀ ਦੇਖੀ ਤਾਂ ਰਾਤ ਦੇ 3 ਵੱਜ ਚੁੱਕੇ ਸਨ। ਕਿਸ਼ਤੀ ਉੱਥੇ ਹੀ ਛੱਡ ਕੇ ਚੱਪੂਆਂ ਨਾਲ ਪਾਣੀ ਦੀ ਥਾਹ ਪਾਉਂਦੇ ਅਸੀਂ ਸ਼ਹਿਰ ਦੇ ਦੂਜੇ ਪਾਸੇ ਖੱਬੇ ਕਿਨਾਰੇ 'ਤੇ ਨਿਕਲ ਆਏ। ਇੰਨੀ ਦੇਰ ਪਾਣੀ ਵਿੱਚ ਰਹਿਣ ਨਾਲ ਠੰਡ ਕਾਰਨ ਹੱਥ ਪੈਰ ਸੁੰਨ ਹੋ ਗਏ ਸਨ। ਉਸ ਸਮੇਂ ਗੰਗਾ ਦਾ ਖੱਬਾ ਕਿਨਾਰਾ ਆਬਾਦ ਨਹੀਂ ਸੀ ਹੋਇਆ ਤੇ ਇੱਧਰ ਦੂਰ ਤੱਕ ਖੇਤ, ਝਾੜੀਆਂ ਅਤੇ ਟੋਇਆਂ ਟਿੱਬਿਆਂ ਤੋਂ ਇਲਾਵਾ ਕੁਝ ਵੀ ਨਹੀਂ ਸੀ। ਕਿਨਾਰੇ ਤੋਂ ਕੁਝ ਦੂਰ ਕਿਸੇ ਨੇ ਕਾਫੀ ਮਾਤਰਾ ਵਿੱਚ ਸੁੱਕੀ ਪਰਾਲੀ ਜਮ੍ਹਾਂ ਕਰ ਰੱਖੀ ਸੀ। ਉਸ ਵਿੱਚੋਂ ਥੋੜ੍ਹੀ ਜਿਹੀ ਲੈ ਕੇ ਅੱਗ ਬਾਲੀ ਗਈ। ਹੁਣ ਸਵੇਰ ਤੱਕ ਸਾਨੂੰ ਇਸ ਅੱਗ ਦਾ ਹੀ ਸਹਾਰਾ ਸੀ। 2-3 ਦਿਨਾਂ ਬਾਅਦ ਵਿਜੇ ਨੇ ਆ ਕੇ ਜੇਲ੍ਹ ਵਿੱਚ ਬਿਸਮਿਲ ਉੱਪਰ ਹੋਣ ਵਾਲੀ ਸਖਤੀ ਅਤੇ ਅਧਿਕਾਰੀਆਂ ਵੱਲੋਂ ਚੌਕਸੀ ਵਧਾਉਣ ਦੀ ਖਬਰ ਦਿੱਤੀ ਤੇ ਦੱਸਿਆ ਕਿ ਹਾਲ ਦੀ ਘੜੀ ਉਸ ਨੂੰ ਛੁਡਾਉਣ ਦੇ ਆਪਣੇ ਮਨਸੂਬੇ ਸਾਨੂੰ ਤਿਆਗਣੇ ਪੈਣਗੇ। ਇਸ ਖਬਰ ਨੇ ਭਗਤ ਸਿੰਘ ਦੀਆਂ ਸਾਰੀਆਂ ਬਿਉਂਤਾਂ ਉਲਟਾ ਦਿੱਤੀਆਂ। ਉਸ ਦੇ ਸਾਰੇ ਸੁਪਨੇ ਤੋੜ ਦਿੱਤੇ। ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਬਿਸਮਿਲ ਦੀ ਲਿਖੀ ਇੱਕ ਗਜ਼ਲ ਹੀ ਵਿਜੇ ਦੇ ਹੱਥ ਲੱਗੀ। ਇਹ ਗਜ਼ਲ ਸਾਡੀਆਂ ਬਿਉਂਤਾਂ ਦੇ ਸਿਰੇ ਚੜ੍ਹਨ ਵਿੱਚ ਹੋ ਰਹੀ ਦੇਰੀ ਨੂੰ ਦੇਖਦਿਆਂ ਸ਼ਾਇਦ ਉਸਨੇ ਇੱਕ ਉਲਾਂਭੇ ਵਜੋਂ ਲਿਖੀ ਸੀ, ਜਿਸ ਨੂੰ ਅਧਿਕਾਰੀਆਂ ਨੇ ਮਹਿਜ਼ ਇੱਕ ਪਿਆਰ ਦੀ ਸਧਾਰਨ ਜਿਹੀ ਕਵਿਤਾ ਸਮਝ ਕੇ ਲੰਘ ਜਾਣ ਦਿੱਤਾ ਸੀ। ਇਸ ਵਕਤ ਗਜ਼ਲ ਦੀਆਂ ਕੁਝ ਹੀ ਸਤਰਾਂ ਮੈਨੂੰ ਯਾਦ ਹਨ ਜੋ ਇਸ ਤਰ੍ਹਾਂ ਸਨ। ਮਿਟ ਗਿਆ ਜਬ ਮਿਟਨੇ ਵਾਲਾ, फिर सलाम आया तो क्या, दिल की बर्बादी के बाद उनका पैगाम आया तो क्या। ਭਗਤ ਸਿੰਘ ਨੇ ਵਿਜੇ ਦੇ ਹੱਥੋਂ ਲੈ ਕੇ ਪਰਚੀ ਪੜ੍ਹੀ। ਬਿਸਮਿਲ ਦਾ ਇਸ਼ਾਰਾ ਸਾਫ਼ ਸੀ, ਕੁਝ ਕਰਨਾ ਹੈ ਤਾਂ ਜਲਦੀ ਕਰੋ। ਬਾਅਦ ਵਿੱਚ ਰੱਸੀ ਵਿੱਚ ਲਟਕਦੀ ਮੇਰੀ ਲਾਸ਼ ਨੂੰ ਤੁਸੀਂ ਛੁਡਾ ਵੀ ਲਿਆ ਤਾਂ ਉਹ ਤੁਹਾਡੇ ਕਿਸ ਕੰਮ ਆਏਗੀ। ਕਾਗਜ਼ ਦਾ ਟੁਕੜਾ ਉਸ ਦੇ ਹੱਥਾਂ ਵਿੱਚੋਂ ਛੁੱਟ ਕੇ ਜ਼ਮੀਨ 'ਤੇ ਡਿੱਗ ਪਿਆ ਤੇ ਉਹ ਮੱਥੇ 'ਤੇ ਹੱਥ ਰੱਖ ਕੇ ਪੱਥਰ ਦੀ ਇੱਕ ਨਿਰਜੀਵ ਮੂਰਤੀ ਵਾਂਗ ਕੰਧ ਨਾਲ ਲੱਗ ਗਿਆ। ਹੁਣ ਇਸ ਦਿਨ ਲਈ ਅਗਾਂਹ ਹੋਰ ਗੱਲਬਾਤ ਸੰਭਵ ਨਹੀਂ ਸੀ। ਵਿਜੇ ਅਤੇ ਸੁਰਿੰਦਰ ਚਲੇ ਗਏ ਤੇ ਭਗਤ ਸਿੰਘ ਬਗੈਰ ਕੁਝ ਬੋਲੇ ਚੁੱਪ-ਚਾਪ ਉੱਠ ਕੇ ਗੰਗਾ ਵੱਲ ਤੁਰ ਗਿਆ। ਕਾਫੀ ਰਾਤ ਬੀਤ ਜਾਣ 'ਤੇ ਜਦੋਂ ਮੈਂ ਤੇ ਜੈਦੇਵ ਉਸ ਦੀ ਭਾਲ ਵਿੱਚ ਗੰਗਾ ਦੇ ਕਿਨਾਰੇ ਪਹੁੰਚੇ ਤਾਂ ਉਸ ਸਮੇਂ ਵੀ ਉਹ ਮੱਥੇ 'ਤੇ ਹੱਥ ਰੱਖੀ ਠੰਡੀ ਰੇਤ ਉੱਪਰ ਉਸੇ ਤਰ੍ਹਾਂ ਪੱਥਰ ਦੀ ਮੂਰਤੀ ਬਣਿਆ ਬੈਠਾ ਸੀ। ਅਸੀਂ ਕੋਲ ਜਾ ਕੇ ਉਸ ਦੇ ਮੋਢੇ 'ਤੇ ਹੱਥ ਰੱਖਿਆ ਤੇ ਕਮਰੇ ਵਿੱਚ ਚੱਲਣ ਲਈ ਕਿਹਾ। ਉਹ ਉੱਠਿਆ ਅਤੇ ਪਰਛਾਵੇਂ ਵਾਂਗ ਸਾਡੇ ਪਿੱਛੇ ਹੋ ਤੁਰਿਆ, ਪਰ ਬੋਲਿਆ ਫਿਰ ਵੀ ਨਹੀਂ। ਕਈ ਮਹੀਨਿਆਂ ਦੀ ਮਿਹਨਤ ਨਾਲ ਉਸਨੇ ਜਿੱਥੇ ਪਹਿਲਾਂ ਕੁਝ ਨਹੀਂ ਸੀ ਉੱਥੇ ਜਥੇਬੰਦੀ ਦਾ ਇੱਕ ਢਾਂਚਾ ਖੜ੍ਹਾ ਕੀਤਾ, ਯੋਜਨਾ ਬਣਾਈ, ਹਥਿਆਰ ਜਮ੍ਹਾਂ ਕੀਤੇ, ਸਾਥੀ ਇਕੱਠੇ ਕੀਤੇ ਤੇ ਜਦ ਮੰਜ਼ਿਲ ਨਜ਼ਦੀਕ ਆਉਣ ਲੱਗੀ ਤਾਂ ਉਸਨੂੰ ਲੱਗਾ ਕਿ ਉਹ ਕੁਝ ਕਰ ਸਕਣ ਦੇ ਸਮਰੱਥ ਹੋ ਸਕੇਗਾ ਤਾਂ ਅਚਾਨਕ ਸਭ ਕੁਝ ਉਲਟ ਗਿਆ। ਰਹਿ ਗਿਆ ਬਸ ਬਿਸਮਿਲ ਦਾ ਉਲਾਂਭਾ। ਭਗਤ ਸਿੰਘ ਨੂੰ ਇਸ ਨਾਲ ਗਹਿਰਾ ਧੱਕਾ ਲੱਗਾ, ਪਰ ਇੱਕ ਹੀ ਦਿਨ ਵਿੱਚ ਉਸਨੇ ਆਪਣੇ ਆਪ ਉੱਪਰ ਕਾਬੂ ਪਾ ਲਿਆ। ਦੂਸਰੇ ਦਿਨ ਉਹ ਖੁਦ ਹੀ ਬੋਲਿਆ, ਨਾਕਾਮੀਆਂ ਦੇ ਸਾਹਮਣੇ ਸਿਰ ਝੁਕਾ ਕੇ ਬੈਠ ਜਾਣ ਨਾਲ ਰਸਤਾ ਹੋਰ ਵੀ ਬਿਖੜਾ ਹੋ ਜਾਵੇਗਾ। ਫਿਰ ਅਸੀਂ ਰਸਤੇ ਦੇ ਰੋੜੇ ਹਟਾ ਕੇ ਅੱਗੇ ਵਧਣ ਦੀ ਬਜਾਏ ਖੁਦ ਹੀ ਦੂਜਿਆਂ ਲਈ ਰਾਹ ਦਾ ਰੋੜਾ ਬਣ ਜਾਵਾਂਗੇ। ਉਸਨੇ ਸਭ ਸਾਥੀਆਂ ਨੂੰ ਇਕੱਠੇ ਕਰਕੇ ਜਥੇਬੰਦੀ ਅਤੇ ਪ੍ਰਚਾਰ ਦੀਆਂ ਸਮੱਸਿਆਵਾਂ 'ਤੇ ਗੱਲਬਾਤ ਕੀਤੀ, ਅਗਾਂਹ ਦਾ ਪ੍ਰੋਗਰਾਮ ਦੱਸਿਆ ਅਤੇ ਛੇਤੀ ਆਉਣ ਦਾ ਵਾਅਦਾ ਕਰਕੇ ਉਹ ਪੰਜਾਬ ਚਲਿਆ ਗਿਆ। ਇਹ 1927 ਦੇ ਸ਼ੁਰੂ ਦੇ ਦਿਨਾਂ ਦੀ ਗੱਲ ਹੈ। ਪੁਸਤਕ ਦਾ ਦੂਜਾ ਹਿੱਸਾ ਅਗਲੀ ਵੀਡੀਓ ਵਿੱਚ। ਸ਼ੁਕਰੀਆ ਦੋਸਤੋ।